ਮਾਰਨਿੰਗ। ਇਹ ਇੱਕ ਪ੍ਰੋਗਰਾਮ ਜਿਹੜਾ ਕਿ ਭੋਪਾਲ ਦੇ ਵਿੱਚ ਸਟਾਰਟ ਕੀਤਾ ਗਿਆ ਸੀ। ਇਹ ਟ੍ਰੇਨਿੰਗ ਦਿੱਤਾ ਗਿਆ ਸੀ ਆਪਣੇ ਸੰਗਰੂਰ ਦੇ ਕੋਆਰਡੀਨੇਟਰ ਮੁਖਤਿਆਰ ਸਰ ਜੀ ਵੀ ਸਰਕਾਰ ਵੱਲੋਂ ਇਹ NIC ਆਪਣੀ ਨੈਸ਼ਨਲ ਐਜੂਕੇਸ਼ਨ ਨਿਊ ਪਾਲਿਸੀ ਦੇ ਉੱਪਰ ਸੈਮੀਨਾਰ ਵੈਬੀਨਾਰ ਰੱਖਿਆ ਗਿਆ ਸੀਗਾ। ਜੋ ਇਹ ਵੈਬੀਨਾਰ ਸਵੇਰ 10 ਵਜੇ ਸਟਾਰਟ ਹੁੰਦਾ ਸੀ। 10 ਵਜੇ ਮੈਂ ਇਸ 'ਤੇ ਜਾ ਕੇ ਲਿੰਕ ਆਉਂਦਾ ਸੀ ਅਤੇ ਲਿੰਕ 'ਤੇ ਆ ਕੇ ਓਪਨ ਕਰਦੀ ਸੀ। ਤਾਂ ਸਟਾਰਟ ਉਹਨਾਂ ਨੇ ਪਹਿਲੇ ਦਿਨ ਉਹਨਾਂ ਨੇ ਇਸ ਤਰ੍ਹਾਂ ਕੀਤਾ ਕਿ ਇਸ ਤਰ੍ਹਾਂ ਇਹ ਵੈਬੀਨਾਰ ਔਨ ਹੁੰਦਾ ਸੀ ਤਾਂ ਇੱਕ ਪੈਨਲ ਬੈਠਦਾ ਸੀ, ਬਹੁਤ ਸਾਰੀਆਂ ਡਿਸਕਸ਼ਨਸ ਨੈਸ਼ਨਲ ਐਜੂਕੇਸ਼ਨ ਪਾਲਿਸੀ ਸਟਾਰਟ ਕੀਤੀ ਜਿਹੜੀ ਕਿ ਆਪਾਂ ਨੇ ਸਾਰਿਆਂ ਨੇ ਕਾਫੀ ਥੋਰੋਲੀ ਪੜ੍ਹਾਈ ਕੀਤੀ ਦੇਖਿਆ ਹੈਗਾ, ਜਿਸ ਦੇ ਵਿੱਚ ਆਪਾਂ ਨੇ ਦੇਖਿਆ ਕਿ ਵੋਕੇਸ਼ਨਲ ਨੂੰ ਉਹਨਾਂ ਨੇ ਇੱਕ ਖਾਸ ਸਥਾਨ ਦਿੱਤਾ ਹੈ। ਤਾਂ ਟੀਚਰ ਸਾਹਿਬਾਨ ਮੈਨੇ ਇਹਨਾਂ ਸਾਰੇ ਦਿਨਾਂ ਨੂੰ ਕੁਛ ਟਾਈਮ ਵਿੱਚ ਪਹਿਲੇ ਜਿਹੜਾ ਫਸਟ ਡੇ ਇਹਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਾਰੇ ਦਿਨਾਂ ਨੂੰ ਮੈਂ ਹੌਲੀ ਕੁਛ ਵੀਡੀਓਜ਼ ਦੇ ਵਿੱਚ ਲੈ ਕੇ ਤੁਹਾਡੇ ਕੋਲ ਸਾਹਮਣੇ ਆਵਾਂਗੀ। ਤਾਂ ਇਹ ਪਹਿਲੀ ਵੀਡੀਓ ਬਣਾਈ ਜਾ ਰਹੀ ਹੈ, ਜਿਹੜੀ ਪਹਿਲੀ ਹੋ ਸੀ ਕਿਉਂਕਿ ਇਹ ਜਦੋਂ ਮੈਂ ਬਣਾ ਰਹੀ ਹਾਂ ਹੁਣ ख़त्म ਤਾਂ ਹੋ ਚੁੱਕੇ ਪਰ ਆਪਣੇ ਐਗਜ਼ਾਮ ਸਟਾਰਟ ਹੋ ਗਏ ਤਾਂ ਹੁਣ ਐਗਜ਼ਾਮਸ ਤੋਂ ਆਪਾਂ ਥੋੜ੍ਹਾ ਫ੍ਰੀ ਹੋਏ ਤਾਂ ਇਹ ਨੈਸ਼ਨਲ ਪਾਲਿਸੀ ਦੀ ਡਿਸਕਸ਼ਨ ਨੂੰ ਮੈਂ ਆਪਣੇ ਸਾਰਿਆਂ ਦੇ ਵਿੱਚ ਲੈ ਕੇ ਆ ਰਹੀ ਹਾਂ। ਉਮੀਦ ਕਰਦੀ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਜੋ ਉਹਨਾਂ ਨੇ ਮੈਸੇਜ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਉੱਥੋਂ ਲੈ ਕੇ ਮੈਂ ਲੈ ਕੇ ਆਈ ਹਾਂ, ਫਿਰ ਤੁਹਾਡੇ ਕੋਲ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਅਤੇ ਮੈਨੂੰ ਸੁਣਨ ਵਾਸਤੇ ਤੁਹਾਡਾ ਬਹੁਤ ਧੰਨਵਾਦ। ਤਾਂ ਸਟਾਰਟ ਕਰਨ ਲੱਗਿਆ ਆਪਾਂ। ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਜਦੋਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਨੂੰ ਪੂਰਾ ਪੜ੍ਹਿਆ ਕਰਿਆ ਔਰ ਟੀਚਰ ਸਾਹਿਬਾਨਸ ਨੇ ਐਕਸਪਰਟਰਸ ਨੇ ਕਾਫੀ ਸਲਾਈਡਸ ਔਰ ਵਰਕਿੰਗ ਦਿਖਾਈ ਗਈ। ਤਾਂ ਉਹਦੇ ਵਿੱਚ ਕੁਛ ਮੈਨੇ ਵੀ ਆਪਣੇ ਮੁਤਾਬਿਕ ਜੋ ਮੈਨੂੰ ਜ਼ਿਆਦਾ ਸਮਝ ਆਈ ਮੈਂ ਤੁਹਾਡੇ ਸਾਹਮਣੇ ਲੈ ਕੇ ਆ ਰਹੀ ਹਾਂ। ਤਾਂ ਉਹਦੇ ਵਿੱਚ ਲਰਨਿੰਗ ਆਊਟਕਮ ਫਸਟ ਡੇ ਉਹਨਾਂ ਨੇ ਜਿਹੜੀ ਪੁਆਇੰਟਸ ਨੂੰ ਕਵਰ ਕਰਿਆ। ਲਰਨਿੰਗ ਆਊਟਕਮ ਡਾਕੂਮੈਂਟ ਜਿਹਦੇ ਵਿੱਚ ਉਹਨਾਂ ਨੇ ਕਰੀਕੂਲਮ ਐਕਸਟੈਪਸ਼ਨ ਸੁਜੈਸ਼ਨਸ ਅਤੇ ਲਰਨਿੰਗ ਆਊਟਕਮਸ ਟੀਚਰ ਸਾਹਿਬਾਨ ਉਹਨਾਂ ਨੇ ਜ਼ਿਆਦਾ ਇਸ ਚੀਜ਼ 'ਤੇ ਬਹੁਤ ਜ਼ਿਆਦਾ ਪ੍ਰੈਸ਼ਰ ਪਾਇਆ ਕਿ ਆਪਾਂ ਨੂੰ ਜਿਹੜੇ ਆਪਣੇ ਬੱਚੇ ਨੇ ਉਹਨਾਂ ਦੇ ਲਈ ਕਰੀਕੂਲਮ ਸਟਾਰਟ ਕਰ ਦੇਣਾ ਚਾਹੀਦਾ ਬਣਾ ਕੇ, ਉਹਨਾਂ ਦੀਆਂ ਐਕਸੈਪਟੇਸ਼ਨਸ ਨੂੰ ਕਵਰ ਕਰਕੇ ਸੁਜੈਸ਼ਨਸ ਨੂੰ ਹੋਰ ਵਿੱਚ ਪਾ ਕੇ ਲਰਨਿੰਗ ਆਊਟਕਮਸ ਬਣਾਉਣੇ ਪੈਣਗੇ। ਜਿਵੇਂ ਉਹਨਾਂ ਨੇ ਪਹਿਲਾਂ ਹੀ ਦੱਸਿਆ ਕਿ ਜੇ ਆਪਾਂ ਸਾਰਿਆਂ ਨੇ ਆਪਣੇ ਕਲਾਸਰੂਮਸ ਨੂੰ ਬਹੁਤ ਸੋਹਣਾ ਬਣਾ ਰੱਖਿਆ, ਬਹੁਤ ਅੱਛੇ ਤਰੀਕੇ ਨਾਲ ਉਹਨੂੰ ਡੈਕੋਰੇਟ ਕਰ ਰੱਖਿਆ, ਤਾਂ ਉਹਨਾਂ ਨੇ ਵੀ ਇਹੀ ਪੁਆਇੰਟ ਫਸਟ ਸੇਮ ਪੁਆਇੰਟ 'ਤੇ ਆਪਾਂ ਨੂੰ ਫੋਕਸ ਕੀਤਾ ਕਿ ਪੋਸਟਰਸ ਫॉर ਕਲਾਸਰੂਮਸ ਕਿੰਨੇ ਤਰ੍ਹਾਂ ਦੇ ਅਸੀਂ ਫਲੋ ਚਾਰਟਸ ਸਾਡੇ ਹਰ ਵਿਸ਼ੇ ਨੂੰ ਪ੍ਰਸਾਰਿਤ ਕਰ ਸਕਦੇ ਨੇ। ਇੱਕ ਉਹਨਾਂ ਨੇ ਸਾਨੂੰ ਬ੍ਰੋਚਰਸ ਫॉर ਪੇਰੈਂਟਸ ਦੱਸਿਆ ਕਿ ਪੇਰੈਂਟਸ ਦੇ ਲਈ ਵੀ ਤੁਸੀਂ ਕੁਝ ਛੋਟੀਆਂ ਬੁਕਲੇਟਸ ਜਾਂ ਪੈਂਫਲੇਟਸ ਤਿਆਰ ਕਰਕੇ ਦਿਓ ਤਾਂ ਕਿ ਉਹਨਾਂ ਨੂੰ ਲੱਗੇ ਕਿ ਅਸੀਂ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦਾ ਕੰਮ ਕਰਵਾਉਣਾ ਹੈ ਔਰ ਇਸ ਤਰ੍ਹਾਂ ਦੇ ਕੰਮ ਦੇ ਲਈ ਉਹ ਐਲੀਜੀਬਲ ਬਣ ਜਾਣ। ਤਾਂ ਮਤਲਬ ਕਹਿਣਾ ਕਿ ਇੱਕ ਬੌਂਡ ਬਣਾਇਆ ਟੀਚਰ ਪੇਰੈਂਟਸ ਅਤੇ ਸਟੂਡੈਂਟ ਦੇ ਵਿਚਾਲੇ। ਇਸ ਬੌਂਡ ਨੂੰ ਪੂਰਾ ਕਵਰ ਕਰਨ ਵਾਸਤੇ ਆਪਾਂ ਨੇ ਕਰੀਕੂਲਮਸ ਬਣਾਏ, ਸੁਜੈਸਟੀਸ਼ਨਸ ਚੱਕੀਆਂ ਔਰ ਲਰਨਿੰਗ ਆਊਟਕਮਸ ਨੂੰ ਕਵਰ ਕੀਤਾ। ਫਿਰ ਉਹਨਾਂ ਨੇ ਜਿਹੜੀ ਆਪਣੀ ਮੇਨ NEP ਦੀ ਰਿਕਮੈਂਡੇਸ਼ਨ ਸੀਗੀਆਂ ਉਸ ਨੂੰ ਇੱਕ ਕਰਕੇ ਲਾਈਨ 'ਤੇ ਖੋਲ੍ਹਿਆ। ਇਸ ਨੂੰ ਟੌਪਿਕ ਨੂੰ ਉਹਨਾਂ ਨੇ ਕਮ ਸੇ ਕਮ 25 ਮਿੰਟਸ ਤੱਕ ਕਵਰ ਕੀਤਾ, ਜਿਹਦੇ ਵਿੱਚੋਂ ਮੈਂ ਕੁਝ ਤੁਹਾਡੇ ਸਾਹਮਣੇ ਲੈ ਕੇ ਆਈ ਹਾਂ। ਨੰਬਰ 1 'ਤੇ ਸ਼ਿਫਟ ਇਨ ਫੋਕਸ ਆਫ ਅਸੈਸਮੈਂਟ। ਜਦੋਂ ਅਸੀਂ ਕਿਸੇ ਵੀ ਚੀਜ਼ ਦੇ ਇੱਕ ਬੱਚੇ ਦੀ ਕਲਾਸ ਦੇ ਵਿੱਚ, ਕਲਾਸ ਤੋਂ ਬਾਹਰ, ਪਲੇਗਰਾਊਂਡ ਦੇ ਵਿੱਚ, ਕਿਸੇ ਵੀ ਇੱਕ ਡਿਪਾਰਟਮੈਂਟ ਦੇ ਵਿੱਚ ਆਪਾਂ ਕਹਿ ਰਹੇ ਕਿ ਅਸੈਸਮੈਂਟ ਕਰਨੀ ਹੈ, ਉਸ ਨੂੰ ਜਿਹੜਾ ਉਹਦਾ ਅਸੈਸਮੈਂਟ ਫੋਕਸ ਹੈ ਉਹ ਸਾਨੂੰ ਕੁਛ ਨਾ ਕੁਛ ਬਦਲਣਾ ਪਵੇਗਾ, ਨਾ ਕਿ ਅਸੀਂ ਇੱਕ ਬੱਚੇ 'ਤੇ ਜਾਂ ਕੁਛ ਬੱਚਿਆਂ 'ਤੇ ਇੱਕ ਫੋਕਸ ਕਰ ਲਈਏ। ਤਾਂ ਉਹਦੇ ਵਿੱਚ ਸੈਕਿੰਡ ਪੁਆਇੰਟ ਉਹਨਾਂ ਨੇ ਕਵਰ ਕਰਨ ਦੀ ਕੋਸ਼ਿਸ਼ ਕੀਤੀ ਕਿ ਅਸੈਸਮੈਂਟ ਟੂ ਯੂਜ਼ ਫॉर ਦਾ ਆਪਟੀਮਿਸਟਿਕ ਮਿਸਿੰਗ ਟੀਚਿੰਗ ਲਰਨਿੰਗ ਪ੍ਰੋਸੈਸ, ਜਿਹਦੇ ਵਿੱਚ ਉਹਨਾਂ ਨੇ ਦੇਖਿਆ ਕਿ ਆਪਾਂ ਨੂੰ ਸਟੂਡੈਂਟਸ ਦੀ ਹਰ ਇੱਕ ਛੋਟੀ ਤੋਂ ਛੋਟੀ ਐਕਟੀਵਿਟੀ, ਹਰ ਵੱਡੀ ਤੋਂ ਵੱਡੀ ਐਕਟੀਵਿਟੀ ਜਾਂ ਉਹ ਬੱਚੇ ਦੀ ਇਨਵੋਲਵਮੈਂਟ ਅਤੇ ਇਸ ਤਰ੍ਹਾਂ ਸਾਨੂੰ ਇੱਕ ਟੀਚਿੰਗ ਲਰਨਿੰਗ ਪ੍ਰੋਸੈਸ ਬਣਾਉਣੀ ਪਏਗੀ। ਜੋ ਬੱਚਾ ਵਰਕ ਕਰ ਰਿਹਾ ਉਸ ਦੇ ਵਿੱਚ ਵੀ ਉਸ ਦੀ ਕੁਝ ਖੂਬੀਆਂ ਨੂੰ ਲੈ ਕੇ, ਉਸ ਦੀਆਂ ਪਰਸਨੈਲਿਟੀ ਨੂੰ ਲੈ ਕੇ ਸਾਨੂੰ ਅਸੈਸਮੈਂਟ ਤਿਆਰ ਕਰਨੀ ਪਵੇਗੀ। ਜਿਹੜੀ ਅਸੈਸਮੈਂਟ ਅਸੀਂ ਤਿਆਰ ਕਰਾਂਗੇ ਉਸ ਨੂੰ ਐਜ਼ ਏ ਸਬਜੈਕਟ ਵਾਈਜ਼ ਅਸੀਂ ਆਪਣੇ ਆਪ ਨੂੰ ਕਵਰ ਕਰਾਂਗੇ। ਜਿਵੇਂ ਅਧਿਆਪਕ ਸਾਹਿਬਾਨ ਉਹਨਾਂ ਨੇ ਮੈਥਮੈਟਿਕਸ ਨੂੰ, ਮੈਥਮੈਟਿਕਲੀ ਥਿੰਕਿੰਗਸ ਨੂੰ, ਡਾਟਾ ਸਾਇੰਸ ਨੂੰ
ਆਰਟੀਫਿਸ਼ਲ ਇੰਟੈਲੀਜੈਂਸੀ, ਸਾਡੀ ਵੋਕੇਸ਼ਨਲ ਨੂੰ ਉਹਨਾਂ ਨੇ ਆਰਟੀਫਿਸ਼ਲ ਇੰਟੈਲੀਜੈਂਸੀ ਮਸ਼ੀਨ ਲਰਨਿੰਗ ਟੂ ਬੀ ਯੂਜ਼ਡ। ਮਤਲਬ ਅਸੀਂ ਵੋਕੇਸ਼ਨਲ ਵਾਲੇ ਅਧਿਆਪਕ ਸਵਾਨ ਜੋ ਆਪਣੀ ਅਲੱਗ-ਅਲੱਗ ਟ੍ਰੇਡਸ ਦੀ ਇੰਟੈਲੀਜੈਂਸੀ ਲੈ ਕੇ ਆਉਂਦੇ ਆ, ਉਸ ਨੂੰ ਆਰਟੀਫਿਸ਼ਲ ਦਾ ਕੋਈ ਗਲਤ ਵਰਡ ਨਹੀਂ ਲੈਣਾ ਆਪਾਂ ਨੇ ਦੇਖਣਾ ਕਿ ਬੱਚਿਆਂ ਦੇ ਅੰਦਰ ਇੱਕ ਜਾਗਰਤੀ ਪੈਦਾ ਕਰ ਦੇਣੀ ਹੈ ਜਿਹੜੀ ਕਿ ਸਾਨੂੰ ਬੱਚਿਆਂ ਦੇ ਵਿੱਚ ਦੇਖਣੀ ਚਾਹੀਦੀ ਹੈ। ਸਕਿੱਲਸ ਦੀ ਗੱਲ ਕਰ ਰਿਹਾ ਇੱਥੇ। ਲਰਨਿੰਗ ਆਊਟਕਮ ਬੇਸਡ ਐਗਜ਼ਾਮੀਨੇਸ਼ਨਸ, ਉਸੇ ਮੁਤਾਬਿਕ ਸਾਨੂੰ ਆਪਣੇ ਐਗਜ਼ਾਮਸ ਨੂੰ ਸੈੱਟ ਕਰ ਦੇਣਾ, ਜਿਵੇਂ ਕਿ ਅੱਜ ਕੱਲ੍ਹ ਆਪਾਂ ਸਾਰੇ ਜਾਣੇ ਗੂਗਲ ਫਾਰਮਸ ਜਾਂ ਸ਼ਾਰਟ ਹੈਂਡ ਫਾਰਮਸ ਜਾਂ ਵਨ ਲਾਈਨ ਆਨਸਰਸ ਕੁਐਸਚਨਸ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਟੀਚਰ ਲਰਨਿੰਗ ਔਨ ਫੋਕਸ ਔਨ CB, ਇਹ ਬਹੁਤ ਇੰਪੋਰਟੈਂਟ ਹੈ, ਆਪਾਂ ਅੱਗੇ ਡਿਸਕਸ ਕਰਦੇ ਹਾਂ। ਇਸ ਤੋਂ ਪਹਿਲਾਂ ਤੁਸੀਂ ਦੇਖੋ ਅਵੇ ਫਰੋਮ ਰੋਟ ਲਰਨਿੰਗ ਹਾਊ ਟੂ ਲਰਨ। ਅਧਿਆਪਕ ਸਾਹਿਬਾਨ ਮੈਂ ਤੁਹਾਨੂੰ ਮਤਲਬ ਅੱਜ ਤਾਂ ਨਹੀਂ ਮੈਨੂੰ ਲੱਗ ਰਿਹਾ ਕਿ ਉਸ ਚੀਜ਼, ਲੇਕਿਨ ਜੋ ਹੈ ਫਸਟ ਟਾਈਮ ਇਹ ਵਰਡ ਸੁਣਿਆ ਸੀ, ਅਸੀਂ ਸਾਰੇ ਜਾਣੇ ਹੀ ਬਹੁਤ ਹੀ ਇੰਪ੍ਰੈਸਿਵ ਵੇ ਨਾਲ ਉਹਨਾਂ ਨੂੰ ਸੁਣਿਆ ਅਤੇ ਸਮਝਿਆ ਅਤੇ ਕੋਸ਼ਿਸ਼ ਕਰ ਰਹੇ ਹਾਂ ਕਿ ਆਪਾਂ ਵੀ ਸਾਰੇ ਜਾਣੇ ਇਸ ਟੌਪਿਕ ਨੂੰ ਜਾਂ ਇਸ ਲਾਈਨ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਮੈਮੋਰਾਈਜੇਸ਼ਨ ਬਾਏ ਰੈਪੀਟੀਸ਼ਨ, ਸਿਨੋਨਿਮਸ ਰੋਟ। ਆਪਾਂ ਆਪਣੇ ਪ੍ਰਾਇਮਰੀ ਸਕੂਲਸ ਦੇ ਵਿੱਚ ਬੱਚਿਆਂ ਨੂੰ ਦੇਖਦੇ ਹਾਂ, 1 2 2 2 2 ਨੂੰ 4 4 2 8 8, ਮਤਲਬ ਬੱਚੇ ਉਹਨਾਂ ਦੇ ਟੇਬਲਸ ਨੂੰ ਕਿਵੇਂ ਰੱਟ ਰਹੇ ਹੁੰਦੇ ਨੇ। ਠੀਕ ਹੈ ਜੀ, ਟੇਬਲਸ, ਲੈਸਨ, ਚੈਪਟਰਸ, ਤਾਂ ਇਹ ਇੱਕ ਪ੍ਰੋਸੈਸ ਹੁਣ ਉਹਨਾਂ ਨੇ ਵੱਡੇ ਪੱਧਰ 'ਤੇ ਚੱਕ ਲਈ ਹੈ। ਰੋਟ ਲਰਨਿੰਗ ਇਜ਼ ਦ ਮੈਮੋਰਾਈਜੇਸ਼ਨ ਟੈਕਨੀਕ ਬੇਸਡ ਔਨ ਰੈਪੀਟੀਸ਼ਨ। The idea is that one will be able to quickly recall the meaning of material the more one repeats it. Some of the alternative to rote learning including meaningful learning, associative learning and active learning. Teacher ਸਾਹਿਬਾਨ ਇੰਨਾ ਕੁ ਅੱਛਾ ਵਰਡ ਲੱਗਿਆ ਮੈਨੂੰ, ਔਰ ਮੈਨੇ ਕੋਸ਼ਿਸ਼ ਕੀਤੀ ਕਿ ਮੈਂ ਆਪਣੇ ਸਾਰਿਆਂ ਵਾਸਤੇ ਲੈ ਕੇ ਆਵਾਂ। ਮੀਨਿੰਗਫੁਲ ਲਰਨਿੰਗ, ਐਸੋਸੀਏਟਿਵ ਲਰਨਿੰਗ ਔਰ ਐਕਟਿਵ ਲਰਨਿੰਗ। ਇਹਦਾ ਇੱਕ ਫਲੋ ਚਾਰਟ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਮੈਨੇ। ਦ ਰੋਟ ਲੂਪ, ਕਿਵੇਂ ਆਪਾਂ ਸਾਰੇ ਜਾਣੇ ਕੁਛ ਨਾ ਕੁਛ ਬੱਚਿਆਂ ਦੇ ਲਈ ਯਾਦ ਕਰਾ ਦਿੰਦੇ ਹਾਂ, ਫਿਰ ਭੁੱਲ ਜਾਂਦੇ ਨੇ, ਫਿਰ ਉਹਨੂੰ ਤਿਆਰ ਕਰਦੇ ਹਾਂ, ਫਿਰ ਯਾਦ ਕਰ ਲੈਂਦਾ, ਫਿਰ ਉਹਦਾ ਐਗਜ਼ਾਮ ਲੈਂਦੇ ਹਾਂ, ਫਿਰ ਭੁੱਲ ਜਾਂਦਾ, ਫਿਰ ਪ੍ਰੈਪਰੇਸ਼ਨ ਕਰਦੇ ਹਾਂ। ਤਾਂ ਇਹ ਇੱਕ ਰੋਟ ਲੂਪ ਹੈ ਜਿਹਦੇ ਵਿੱਚ ਇਹ ਵਿਦਿਆਰਥੀਆਂ ਨੂੰ ਆਪਾਂ ਨੂੰ ਕਿਰਦਾਰ ਕਰਾਉਂਦੇ ਰਹਿਣਾ ਚਾਹੀਦਾ ਹੈ। ਕੀ ਬਕਵਾਸ। ਰੋਟ ਲੂਪ ਟੀਚਰ ਸਾਹਿਬਾਨ ਇਹ ਇੱਕ ਛੋਟਾ ਜਿਹਾ ਸਮਝਣ ਦੇ ਫਾਰਮ 'ਚ ਬਣਾਇਆ ਗਿਆ ਹੈਗਾ। ਇਸ ਨੂੰ ਹੋਰ ਥੋੜ੍ਹਾ ਜਿਹਾ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਦੀ ਹਾਂ ਕਿ ਜੋ ਟੀਚਰ ਦੇ ਦਿਮਾਗ ਦੇ ਵਿੱਚ ਚੱਲ ਰਿਹਾ ਉਹਨੂੰ ਕਾਪੀ ਕਰ ਲੇ ਬੱਚਾ ਅਤੇ ਬੱਚੇ ਦੇ ਅੰਦਰ ਜਾ ਕੇ ਪੇਸਟ ਹੋ ਜੇ। ਇਹ ਵੀ ਰੋਟ ਲੂਪ ਨੂੰ ਆਪਾਂ ਜਾਂ ਕਹਿੰਦੇ ਹਾਂ ਰੋਟ ਲਰਨਿੰਗ ਨੂੰ ਇੱਕ ਫਲੋ ਚਾਰਟ ਦੀ ਤਰ੍ਹਾਂ ਆਪਣੇ ਟੀਚਰ ਸਾਹਿਬਾਨਸ ਦੇ ਲਈ ਲੈ ਕੇ ਆਈ ਹਾਂ। ਆਸ਼ਾ ਕਰਦੀ ਹਾਂ ਕਿ ਤੁਹਾਨੂੰ ਬਹੁਤ ਅੱਛਾ ਲੱਗ ਰਿਹਾ ਹੋਊਗਾ। ਤਾਂ ਇਸ ਤੋਂ ਅੱਗੇ ਉਹਨਾਂ ਨੇ ਸਾਨੂੰ 4 ਪੁਆਇੰਟਸ ਹੋਰ ਦਿੱਤੇ। ਮੇਜਰ ਸ਼ਿਫਟਸ, ਅਧਿਆਪਕ ਸਾਹਿਬਾਨ ਮੈਂ ਤੁਹਾਨੂੰ ਦੱਸਣਾ ਚਾਹੀਦਾ ਜਦੋਂ ਸਾਡੇ ਕੋਲ ਇਹ ਵਰਡਸ ਮੈਂ ਤਾਂ ਤੁਹਾਨੂੰ ਐਕਸਪਲੇਨ ਕਰਾਂ, ਉਹਨਾਂ ਕੋਲ ਤਾਂ ਬੜੀਆਂ ਸਲਾਈਡਸ ਹੈ, ਬਹੁਤ ਬੜੇ ਲਰਨਿੰਗ ਇਕਵਿਪਮੈਂਟਸ ਨੇਗੇ ਉਹਨਾਂ ਕੋਲ। ਤਾਂ ਇੱਕ ਐਕਸਪਰਟਸ ਕੋਲ 20-25 ਮਿੰਟਸ ਆ ਰਹੇ ਸੀਗੇ। ਜਦੋਂ ਇਹ ਮੇਜਰ ਸ਼ਿਫਟ ਆਇਆ ਸੀ ਬੜੇ ਐਕਸਾਈਟਡ ਕਿ ਕਿਵੇਂ ਮੇਜਰ ਸ਼ਿਫਟ ਦਾ ਮਤਲਬ, ਜਿਵੇਂ ਦੇਖੋ ਸਭ ਤੋਂ ਪਹਿਲਾਂ ਉਹਨਾਂ ਨੇ ਆਏ ਆਪਾਂ ਕਲਾਸਰੂਮਸ ਆਪਾਂ ਵੀ ਚੇਂਜ ਕਰਦੇ ਹਾਂ, ਆਪਾਂ ਵੀ ਕਲਾਸਰੂਮਸ ਨੂੰ ਬਹੁਤ ਇਫੈਕਟਿਵ ਬਣਾਉਂਦੇ ਹਾਂ, ਪਰ ਉਦੋਂ ਸਾਨੂੰ ਲੱਗਿਆ ਕਿ ਆਪਾਂ ਆਪਣੀ ਕਲਾਸਰੂਮਸ ਨੂੰ ਹੋਰ ਕਿਵੇਂ ਅੱਛਾ ਬਣਾ ਸਕਦੇ ਹਾਂ। ਕਲਾਸਰੂਮਸ ਟ੍ਰਾਂਜੈਕਸ਼ਨ ਵਿਲ ਬੀ ਸ਼ਿਫਟ ਟੂਵਰਡਸ ਕੰਪੀਟੈਂਸੀ based learning using art integrated, sports integrated and storytelling based processes। ਜਿਵੇਂ ਉਹਨਾਂ ਨੇ ਦੱਸਿਆ ਕਿ ਆਪਣੇ ਇੱਕ ਟ੍ਰਾਂਜੈਕਸ਼ਨ ਬਣਾ ਲਓ, ਟ੍ਰਾਂਜੈਕਸ਼ਨ ਆਪਣੀ ਕਲਾਸਰੂਮ ਨੂੰ ਇੱਕ ਟ੍ਰਾਂਜੈਕਸ਼ਨ ਬਣਾ ਲਓ ਜਿਸ ਦੇ ਵਿੱਚ ਤੁਸੀਂ ਆਪਣੇ ਬੱਚਿਆਂ ਦੇ ਲਈ ਨਵੀਆਂ ਚੀਜ਼ਾਂ ਸਿੱਖ ਕੇ ਸਿਖਾਓਗੇ, ਉਸ ਨੂੰ ਇੱਕ ਆਰਟ ਦੀ ਤਰ੍ਹਾਂ ਯੂਜ਼ ਕਰੋਗੇ, ਇੱਕ ਗੇਮ ਦੀ ਤਰ੍ਹਾਂ ਯੂਜ਼ ਕਰੋਗੇ, ਇੱਕ ਸਟੋਰੀ ਦੀ ਤਰ੍ਹਾਂ ਯੂਜ਼ ਕਰੋਗੇ ਅਤੇ
ਜਿਹੜੀਆਂ ਚੀਜ਼ਾਂ ਤੁਹਾਡੇ ਸਾਹਮਣੇ ਨੇ ਉਸੇ ਚੀਜ਼ਾਂ ਨੂੰ ਤੁਸੀਂ ਇੱਕ ਐਜ਼ ਏ ਪਿਕਚਰਾਈਜ਼ ਕਰਕੇ ਵਿਦਿਆਰਥੀਆਂ ਦੇ ਸਾਹਮਣੇ ਰੱਖੋਗੇ ਆਪਣੇ ਚੈਪਟਰ ਨੂੰ। ਦੂਸਰੀ ਸ਼ਿਫਟ ਉਹਨਾਂ ਨੇ ਸਾਨੂੰ ਦੱਸੀ, ਲੈਸ ਇੰਫੈਸਿਸ ਔਨ ਦਾ ਇਨਪੁਟ, ਗ੍ਰੇਟਰ ਇੰਫੈਸਿਸ ਔਨ ਆਊਟਪੁੱਟ, ਪੋਟੈਂਸ਼ੀਅਲ ਕਨਵਰਿੰਗ ਡਿਜ਼ਾਇਰਡ ਲਰਨਿੰਗ ਆਊਟਕਮਸ। ਜਿੰਨੇ ਵੀ ਅਸੀਂ ਆਪਣੀ ਇੰਫੈਸਿਸ ਨੂੰ ਮਤਲਬ ਆਪਣੇ ਮੋਟਿਵਸ ਨੂੰ ਪੂਰਾ ਕਰਨਾ ਚਾਹੁੰਦੇ ਹਾਂ, ਉਹਦੇ ਵਾਸਤੇ ਜਿਹੜੀਆਂ ਅਸੀਂ ਆਊਟਪੁੱਟਸ ਤਿਆਰ ਕੀਤੀਆਂ ਹੋਈਆਂ ਨੇ ਉਹ ਬੱਚੇ ਨੂੰ ਅਸੀਂ ਇੱਕ ਤਰ੍ਹਾਂ ਉਹਦਾ ਕੀ ਬਣਾ ਦਈਏ, ਉਹਦੀ ਇੱਛਾ ਜਗਤੀ ਬਣਾ ਦਈਏ, ਤਾਂ ਕਿ ਬੱਚੇ ਦੇ ਅੰਦਰ ਇੱਕ ਇੱਛਾ ਜਾਗਰਤੀ ਪੈਦਾ ਹੋ ਜਾਏ ਕਿ ਹਾਂ ਇਹ ਕੰਮ ਮੈਨੇ ਕਰਨਾ ਹੈ। ਕਹਿਣ ਦਾ ਮਤਲਬ ਕੀ ਹੈ ਕਿ ਪਹਿਲਾਂ ਅਸੀਂ ਆਪਣੀ ਕਲਾਸਰੂਮ ਨੂੰ ਇੱਕ ਟ੍ਰਾਂਜੈਕਸ਼ਨ ਬਣਾਤਾ, ਫਿਰ ਅਸੀਂ ਉਸ ਦੀ ਲਰਨਿੰਗ ਨੂੰ ਇੰਨਾ ਕੁ ਇੰਪ੍ਰੈਸਿਵ ਬਣਾਤਾ ਕਿ ਉਹਦੀ ਆਪਦੀ ਇੱਕ ਡਿਜ਼ਾਇਰਡ ਬਣ ਜੇ। ਜਦੋਂ ਉਹ ਡਿਜ਼ਾਇਰਡ ਬਣ ਜਾਏਗੀ ਤਾਂ ਉਹ 3 ਵਰਡਸ ਦੇ ਵਿੱਚ ਕਵਰ ਕਰ ਜਾਏਗੀ, ਐਜ਼, ਆਫ, ਫੋਰਮੇਟਿਵ ਐਂਡ ਅਡੈਪਟਿਵ ਅਸੈਸਮੈਂਟਸ। ਜਦੋਂ ਇੱਕ ਅਧਿਆਪਕ ਨੇ ਟੀਚਰ ਨੇ ਵਿਦਿਆਰਥੀ ਦੇ ਅੰਦਰ ਉਸ ਚੀਜ਼ ਦੀ ਜਾਗਰਤੀ ਪੈਦਾ ਕਰਤੀ, ਇੱਕ ਜੋਤ ਪੈਦਾ ਕਰਤੀ, ਉਹ ਉਸ ਨੂੰ ਅਡਾਪਟ ਕਰੇਗਾ, ਲਏਗਾ, ਸਿੱਖੇਗਾ ਔਰ ਉਸ ਨੂੰ ਪਲਾਨ ਕਰਨ ਲੱਗ ਜਾਏਗਾ। ਜਦੋਂ ਉਹਦਾ ਪਲਾਨ ਕਰ ਲਿਆ ਤਾਂ ਉਹਦੀ ਅਲਾਈਨਮੈਂਟ ਹੋ ਜਾਏਗੀ। ਜਦੋਂ ਅਲਾਈਨਮੈਂਟ ਹੋ ਗਈ ਅਧਿਆਪਕ ਸਾਹਿਬਾਨ, ਤਾਂ ਉਹਦਾ ਜਿਹੜਾ ਵੀ ਕੋਈ ਕੀ ਹੈਗਾ ਕੈਪੇਬਿਲਿਟੀਜ਼ ਨੇ ਜਾਂ ਡਿਸਪੋਜੀਸ਼ਨ ਫॉर ਈਚ ਸਬਜੈਕਟ ਇਨ ਗਿਵਨ ਕਲਾਸ, ਜੇ ਉਹ ਮਤਲਬ ਇਹਨਾਂ ਤਿੰਨਾਂ ਚੀਜ਼ਾਂ ਨੂੰ ਚੱਕ ਲਾਂਦਾ, ਐਜ਼, ਆਫ, ਫॉर, ਤਾਂ ਜਦੋਂ ਅਸੀਂ ਉਸ ਦੇ ਅੰਦਰ ਇੱਕ ਜਾਗਰਤੀ ਪੈਦਾ ਕਰਤੀ ਤਾਂ ਸਾਨੂੰ ਲੱਗੇਗਾ ਸਾਡਾ ਬੱਚਾ ਕਿਸੇ ਵੀ ਜਗ੍ਹਾ 'ਤੇ ਕਿਸੇ ਵੀ ਕੋਨੇ ਦੇ ਵਿੱਚ ਕੋਈ ਗਲਤ ਲਾਈਨ ਦੀ ਬਜਾਏ ਉਹ ਆਪਣੀ ਕਪੈਸਿਟੀ ਦੇ ਅਨੁਸਾਰ ਆਪਣਾ ਕੰਮ ਕਰੇਗਾ। ਇਸ ਦੇ ਵਿੱਚ ਸਾਨੂੰ ਇਹ ਵੀ ਕਿਹਾ ਗਿਆ ਕਿ ਹਰ ਵਿਦਿਆਰਥੀ ਆਪਣੇ ਲੈਵਲ 'ਤੇ ਇੰਟੈਲੀਜੈਂਟ ਹੈ। ਚਾਹੇ ਅਸੀਂ ਕਈ ਵਾਰ ਆਪਣੇ ਬੈਕ ਬੈਂਚਸ ਕਹਿ ਕੇ ਜਾਂ ਹੋਰ ਕਈ ਤਰ੍ਹਾਂ ਦੇ ਵਰਡਸ ਯੂਜ਼ ਕਰਕੇ ਬੱਚੇ ਦਾ ਤਾਂ ਡੀਮੋਟੀਵੇਟ ਨਹੀਂ, ਬਸ ਉਸ ਬੱਚੇ ਨੂੰ ਅਸੀਂ ਉਹਦੀ ਕੈਪੇਬਿਲਿਟੀ ਦੇ ਅਨੁਸਾਰ ਅਸੀਂ ਉਸ ਨੂੰ ਕਵਰ ਕਰਨਾ ਹੈ। ਸਾਡੇ ਅੰਦਰ ਇੱਕ ਮੇਜਰ ਸ਼ਿਫਟ ਆਉਣੀ ਚਾਹੀਦੀ ਹੈ। ਐਗਜ਼ਾਮੀਨੇਸ਼ਨ ਟੂ ਟੈਸਟ ਅਚੀਵਮੈਂਟ ਲਰਨਿੰਗ ਆਊਟਕਮਸ, ਆਪਾਂ ਵੀ ਸਾਰੇ ਜਾਣੇ ਪੈਸ਼ ਦੇ ਆ ਗਏ ਹਾਂ, ਹੁਣ ਅਚੀਵਮੈਂਟ ਲਰਨਿੰਗ 'ਚ ਆ ਚੁੱਕੇ ਹਾਂ। ਉਸ ਚੀਜ਼ਾਂ ਲਈ ਆਪਾਂ ਵੀ ਹੁਣ ਇਨ ਕਨਸੈਪਟ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਕਨਸੈਪਟ ਆਪਾਂ ਨੇ ਜੁਆਇਨ ਵੀ ਕਰ ਲਿਆ ਔਰ ਆਪਾਂ ਰਿਜ਼ਲਟ ਵੀ ਦੇਖ ਰਹੇ ਹਾਂ। ਸਕਿੱਲਸ ਬੱਚੇ ਦੀਆਂ ਡਿਵੈਲਪ ਹੋ ਰਹੀਆਂ ਨੇਗੀਆਂ, ਹਾਇਰ ਸਕਿੱਲਸ ਡਿਵੈਲਪ ਹੋਣਗੀਆਂ, ਲਾਈਫ ਸਿਚੁਏਸ਼ਨਸ ਕਵਰ ਕਰੂਗਾ ਅਤੇ ਜਿੰਨੀਆਂ ਉਹਦੀਆਂ ਸਕਿੱਲਸ ਰਿਕੁਆਇਰਮੈਂਟਸ ਨੇਗੀਆਂ ਉਹ ਉਹਨਾਂ ਚੀਜ਼ਾਂ ਦੇ ਲਈ ਆਪਣੇ ਆਪ ਨੂੰ ਪੇਸ਼ ਕਰੇਗਾ। ਇਹ ਆਪਾਂ ਸਾਰੇ ਜਾਣੇ ਮੇਜਰ ਸ਼ਿਫਟਸ ਨੂੰ ਆਪਾਂ ਆਪਣੀ ਰੋਜ਼ ਰੂਟੀਨ ਕਲਾਸ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਆਪਾਂ ਇਸ ਨੂੰ ਹੋਰ ਪੰਜਾਬੀ ਅਨੁਵਾਦ ਦੇ ਵਿੱਚ ਜਾਂ ਹੋਰ ਆਪਣੀ ਇੱਕ ਸਮਝ ਦੇ ਮੁਤਾਬਿਕ, ਤੁਸੀਂ ਸਾਰੇ ਜਾਣੇ ਬਹੁਤ ਐਕਸਪਰਟਸ ਹੋ, ਮੈਂ ਤਾਂ ਇੱਕ ਛੋਟਾ ਜਿਹਾ ਕੰਮ ਲੈ ਕੇ ਆਈ ਹਾਂ ਜਿਹਨਾਂ ਮੈਨੂੰ ਇੰਨੀ ਜ਼ਿਆਦਾ ਸਮਝ ਨਹੀਂ ਹੈਗੀ, ਪਰ ਫਿਰ ਵੀ ਮੈਂ ਕੋਸ਼ਿਸ਼ ਕਰ ਰਹੀ ਹਾਂ। ਸਰ ਜੇ ਕੋਈ ਗਲਤੀ ਹੋ ਰਹੀ ਹੋਵੇ ਤਾਂ ਹਜੇ ਮੈਨੂੰ ਮਾफ़ ਕਰ ਦਿਓ। ਨੈਕਸਟ ਸਲਾਈਡ ਦੇ ਵਿੱਚ ਉਹਨਾਂ ਨੇ ਸਾਨੂੰ ਕਿਹਾ ਕਿ ਜਿੰਨਾ ਤੁਹਾਡਾ ਕਰਿਕੂਲਮ ਹੈ ਅਤੇ ਜਿਹੜੀਆਂ ਤੁਹਾਡੇ ਟੈਕਸਟ ਬੁੱਕਸ ਨੇ ਉਹ 'ਤੇ ਪੂਰਾ ਫੋਕਸ ਕਰੋ। ਕਿਵੇਂ? ਟੈਕਸਟ ਬੁੱਕਸ ਟੂ ਫੈਸਿਲਿਟੀ ਡਿਸੀਜ਼ਨਸ ਐਨਾਲਿਸਿਸ ਐਪਲੀਕੇਸ਼ਨ। ਸਾਡੀਆਂ ਬੁੱਕਸ ਨੇਗੀਆਂ ਜਿਹੜੀਆਂ ਸਾਡੀਆਂ ਕਵਰਸ ਨੇ, ਸਾਡੇ ਪਿਕਚਰਸ ਨੇ, ਸਾਡੀਆਂ ਜਿਹੜੀਆਂ ਲੈਸਨਸ ਨੇ ਜਾਂ ਸਾਡੇ ਜਿਹੜੇ ਕਰਿਕੂਲਮਸ ਨੇ ਉਹਨਾਂ ਨੂੰ ਇੰਨਾ ਕੁ ਅੱਛਾ ਅਪਰੂਵ ਤਿਆਰ ਕਰ ਲਓ ਤਾਂ ਕਿ ਬੱਚੇ ਦੇ ਅੰਦਰ ਉਹ ਇੱਕ ਡਿਸਕਸ਼ਨ ਦਾ ਪੁਆਇੰਟ ਬਣ ਜੇ, ਬੱਚੇ ਅੰਦਰ ਆਪਣੇ ਆਪ ਇੱਕ ਫੈਸਿਲਿਟੀ ਬਣਾ ਦੇ ਕਿ ਬੱਚਾ ਆਪਣੇ ਆਪ ਉਸ ਚੀਜ਼ ਨੂੰ ਡਿਸਕਸ ਕਰੇ। ਕਿਉਂ? ਜਦੋਂ ਤੱਕ ਬੱਚਾ ਖੁਦ ਡਿਸਕਸ ਨਹੀਂ ਕਰਦਾ, ਆਪਾਂ ਰੂਟੀਨ ਦੇ ਵਿੱਚ ਇਹ ਸਾਰੀਆਂ ਗੱਲਾਂ ਕਲਾਸਿਸ ਦੇ ਵਿੱਚ ਬੈਠ ਕੇ ਟੀਚਰ ਸਾਹਿਬਾਨ ਸੈਮੀਨਾਰਸ ਦੇ ਵਿੱਚ ਬੈਠ ਕੇ ਡਿਸਕਸ ਕਰਦੇ ਹਾਂ, ਤਾਂ ਹੁਣ ਵੀ ਸਾਨੂੰ ਇਸ ਚੀਜ਼ ਦੇ, ਜਿਵੇਂ ਹੁਣ ਆਪਾਂ ਸਾਰੇ ਜਾਣੇ ਔਨਲਾਈਨ ਸਟੱਡੀ ਦੇ ਵਾਸਤੇ ਬੱਚਿਆਂ ਨੂੰ ਹਰ ਰੋਜ਼ ਹਰ ਘੰਟੇ ਦੇ ਵਿੱਚ 10 ਵਾਰ ਮੋਟੀਵੇਟ ਕੋਸ਼ਿਸ਼ ਕਰ ਰਹੇ ਹਾਂ ਔਰ ਜਿਹਦਾ ਰਿਜ਼ਲਟ ਆਪਾਂ ਨੂੰ ਮਿਲ ਵੀ ਰਿਹਾ। ਫਿਰ ਕਹਿੰਦੇ ਪ੍ਰੈਕਟਿਸ ਬੇਸਡ ਇੰਟਰਨਸ਼ਿਪ ਵਿਦ ਲੋਕਲ ਵੋਕੇਸ਼ਨਲ ਐਕਸਪਰਟਸ। ਜਿਵੇਂ ਆਪਾਂ ਸਾਰੇ ਜਾਣੇ ਟਰਾਈ ਕਰਦੇ ਹਾਂ ਕਿ ਆਪਾਂ ਆਪਣੇ ਬੱਚਿਆਂ ਨੂੰ ਪ੍ਰੈਕਟੀਕਲਸ ਕਰਾਈਏ, ਆਪਾਂ ਆਪਣੇ ਬੱਚਿਆਂ ਨੂੰ ਔਨ ਜੋਬ ਟ੍ਰੇਨਿੰਗ 'ਤੇ ਲੈ ਕੇ ਚੱਲੀਏ, ਆਪਣੇ ਬੱਚਿਆਂ ਨੂੰ ਆਪਾਂ ਕੁਝ ਪ੍ਰੈਕਟੀਕਲ ਵਰਕ ਕਰਕੇ ਦਿਖਾਈਏ, ਚਾਹੇ ਸਾਡੇ ਕੋਲ ਲੈਬਸ ਨੇ ਜਾਂ ਕੁਝ ਵੀ ਇੰਨੀਆਂ ਚੀਜ਼ਾਂ ਦੀ ਕਮੀ ਹੈ, ਪਰ ਫਿਰ ਵੀ ਅਸੀਂ ਇਹਨਾਂ ਪ੍ਰੈਕਟਿਸਿਸ ਨੂੰ ਆਪਣੇ ਲੈਵਲ 'ਤੇ ਕਰਨ ਦੀ ਕੋਸ਼ਿਸ਼ ਕਰੀਏ। ਫੋਕਸ ਔਨ ਡਿਵੈਲਪਿੰਗ ਮੋਰਲ ਐਥੀਕਲ ਵੈਲਿਊਜ਼। ਵੈਸੇ ਆਪਾਂ ਸਾਰੇ ਟੀਚਰ ਸਾਹਿਬਾਨਸ ਬਹੁਤ ਹੀ ਆਪਣੇ ਬੱਚਿਆਂ ਦੇ ਲਈ ਡੈਡੀਕੇਟਡ ਆ, ਬੱਚਿਆਂ ਦੇ ਲਈ ਫੋਕਸ ਕਰਦੇ ਆ। ਚਲੋ ਉਹਨਾਂ ਨੇ ਆਪਾਂ ਨੂੰ ਹੋਰ
ਇਸ ਤਰ੍ਹਾਂ ਮੋਰਲ ਐਥੀਕਲ ਵੈਲਿਊਜ਼ ਨੂੰ ਅਪਲਾਈ ਕਰਨ ਵਾਸਤੇ ਕਿਹਾ ਤਾਂ ਆਪਾਂ ਉਹਨਾਂ ਨੂੰ ਕੋਸ਼ਿਸ਼ ਕਰਾਂਗੇ। ਬੇਸਿਕ ਟ੍ਰੇਨਿੰਗ ਔਨ ਦਾ ਡਾਈਜੈਸਟਿਵ ਰਿਸਪੌਂਸ, ਹੈਲਥ, ਹਾਈਜੀਨ ਔਰ ਨਿਊਟ੍ਰੀਸ਼ਨ। ਅਧਿਆਪਕ ਸਾਹਿਬਾਨ ਇਹ ਮੈਂ ਆਪਣੇ ਪਰਸਨਲ ਲੈਵਲ 'ਤੇ ਦੱਸ ਰਹੀ ਹਾਂ, ਜਾਂ ਮੈਂ ਪਰਸਨਲ ਲੈਵਲ 'ਤੇ ਮੈਂ ਕਿਉਂਕਿ ਇੱਕ ਨਿਊਟ੍ਰੀਸ਼ਨਿਸਟ ਹਾਂ, ਮੈਂ ਇਸ ਚੀਜ਼ ਲਈ ਬਹੁਤ ਜ਼ਿਆਦਾ ਹੰਬਲ ਰਿਕੁਐਸਟ ਕਰ ਰਹੀ ਹਾਂ ਸਾਰੇ ਟੀਚਰ ਸਾਹਿਬਾਨ ਨੂੰ ਕਿ ਇਹ ਟੌਪਿਕ ਆਪਣੀ ਹੈਲਥ, ਨਿਊਟ੍ਰੀਸ਼ਨ ਅਤੇ ਹਾਈਜੀਨ, ਇਸ 'ਤੇ ਆਪਾਂ ਸਾਰੇ ਜਾਣੇ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਫੋਕਸ ਕਰਨਾ ਚਾਹੀਦਾ ਆਪਾਂ ਨੂੰ। ਚਾਹੇ ਆਪਾਂ ਅੱਜ ਤੱਕ ਕੋਵਿਡ ਦੇ ਕਰਕੇ ਹਾਈਜੀਨ ਦੀ ਜਾਂ ਸੋਚ ਰਹੇ ਹਾਂ, ਨਿਊਟ੍ਰੀਸ਼ਨ ਦੀ ਸੋਚ ਰਹੇ ਹਾਂ, ਹੈਲਥ ਦੀ ਸੋਚ ਰਹੇ ਹਾਂ, ਪਰ ਮੈਂ ਸ਼ਾਇਦ ਇਸ ਫੀਲਡ ਦੇ ਨਾਲ ਰਿਲੇਟਡ ਆ ਤਾਂ ਮੈਨੂੰ ਇਸ ਚੀਜ਼ ਦੀ ਬਹੁਤ ਜ਼ਿਆਦਾ ਮਾਣ ਹੈ। ਮੈਂ ਹੈਲਥ, ਹਾਈਜੀਨ, ਨਿਊਟ੍ਰੀਸ਼ਨ ਦੇ ਨਾਲ ਜੁੜੀ ਹੋਈ ਹਾਂ, ਤਾਂ ਮੈਂ ਇਸ ਚੀਜ਼ ਬੱਚਿਆਂ ਨੂੰ ਬਹੁਤ ਜ਼ਿਆਦਾ ਆਪਾਂ ਨੂੰ ਇਹਦੇ ਨਾਲ ਜੋੜਨਾ ਚਾਹੀਦਾ ਔਰ ਰਿਸਪੌਂਸ ਬਣਾਉਣਾ ਚਾਹੀਦਾ ਕਿ ਅਸੀਂ ਆਪਣੀ ਬੇਸਿਕ ਟ੍ਰੇਨਿੰਗ ਦੇ ਵਿੱਚ 3 ਚੀਜ਼ਾਂ ਨੂੰ ਜੋੜ ਦਈਏ। ਹਰ ਬੱਚੇ ਦੀ ਪੋਜ਼ੀਟਿਵ ਹੈਲਥ ਹੋਣੀ ਚਾਹੀਦੀ ਹੈ, ਫੁੱਲ ਨਿਊਟ੍ਰੀਸ਼ਨ ਹੋਣਾ ਚਾਹੀਦਾ ਔਰ ਬੇਸਿਕ ਹਾਈਜੀਨ ਬਾਰੇ ਅਵੇਅਰਨੈਸ ਹੋਣੀ ਚਾਹੀਦੀ ਹੈ। ਹਾਈ ਕੁਆਲਿਟੀ ਠੀਕ ਹੈ, ਹੋਮ ਲੈਂਗੁਏਜਿਸ, ਇੰਗਲਿਸ਼ ਟੀਚਿੰਗ, ਲਰਨਿੰਗ ਮਟੀਰੀਅਲ। ਤਾਂ ਇਹਦੇ ਵਿੱਚ ਆਪਾਂ ਨੇ ਇਹ ਆਪਣੀ ਹੁਣ ਐਜ਼ ਏ ਆਪਾਂ ਨੂੰ ਇੱਕ ਕਹਿ ਲਓ ਕਿ ਕਾਨੂੰਨ ਤਹਿਤ ਵੀ ਅਪਣਾ ਚੁੱਕਿਆ ਕਿ ਹਰ ਬੱਚੇ ਨੂੰ ਆਪਣੀ ਮਾਤਰ ਭਾਸ਼ਾ ਆਉਣੀ ਚਾਹੀਦੀ ਹੈ ਔਰ ਆਪ ਨੂੰ ਮਾਤਰ ਭਾਸ਼ਾ ਦੇ ਵਿੱਚ ਬੱਚੇ ਨੂੰ ਸਮਝਾਉਣਾ ਚਾਹੀਦਾ ਹੈ। ਆਪਣੇ ਲਰਨਿੰਗ ਮਟੀਰੀਅਲਸ ਨੂੰ ਕਵਰ ਕਰਨਾ, ਜਿਵੇਂ ਕਿ ਆਪਾਂ ਤਾਂ ਬਹੁਤ ਹੀ ਜ਼ਿਆਦਾ ਸਾਰੇ ਜਾਣੇ ਆਪਣੇ ਬੱਚਿਆਂ ਦੇ ਲਈ ਪੰਜਾਬੀ ਮੀਡੀਅਮ ਦੇ ਵਿੱਚ ਆਪਣੇ ਨੋਟਸ ਤਿਆਰ ਕਰਦੇ ਹਾਂ, ਨੋਟਸ ਬਣਵਾਉਂਦੇ ਹਾਂ, ਠੀਕ ਹੈ। ਤਾਂ ਉਹਨਾਂ ਸਾਰੀਆਂ ਹੋਮ ਲੈਂਗੁਏਜਿਸ ਦੇ ਵਰਡ ਦੇ ਨਾਲ ਇਹਨੂੰ ਸੈੱਟ ਕੀਤਾ ਗਿਆ। ਤਾਂ ਆਪਾਂ ਨੂੰ ਕਰਿਕੂਲਮਸ ਅਤੇ ਟੈਕਸਟ ਬੁੱਕਸ ਦੇ ਵਿੱਚ ਆਪਾਂ ਨੂੰ ਆਪਣੀ ਪੂਰਨ ਯੋਗਦਾਨ ਦੇਣਾ ਚਾਹੀਦਾ ਔਰ ਆਪਣੇ ਬੱਚਿਆਂ ਦੇ ਲਈ ਵੀ ਪੋਜ਼ੀਟਿਵ ਬਣ ਕੇ ਉਹਨਾਂ ਦੇ ਲਈ ਟੈਕਸਟ ਬੁੱਕਸ ਨੂੰ ਇੱਕ ਡਿਜ਼ਾਇਰਡ ਇੱਛਾ ਸ਼ਕਤੀ ਦੇ ਹਿਸਾਬ ਨਾਲ ਆਪਾਂ ਨੂੰ ਤਿਆਰ ਕਰ ਦੇਣਾ ਚਾਹੀਦਾ। ਫਿਰ ਕਹਿੰਦਾ ਜਿਹੜਾ ਕਰਿਕੂਲਮਸ ਨੇ, ਸਿਲੇਬਸ ਨੇ, ਟੀਚਿੰਗ ਮਟੀਰੀਅਲਸ ਨੇ ਟੂ ਪ੍ਰੈਜ਼ੈਂਟ ਇਨ ਦਾ ਇੰਟੀਗ੍ਰੇਟਡ ਮੈਨਰ। ਇਹ ਤਾਂ ਆਪਾਂ ਸਾਰੇ ਟੀਚਰ ਸਾਹਿਬਾਨ ਪਹਿਲੇ ਦਿਨ ਤੋਂ ਹੀ ਯੂਜ਼ ਕਰਦੇ ਹਾਂ। ਇਹ ਤਾਂ ਆਪਣਾ ਇੱਕ ਐਸੇ ਸਮਝ ਲਓ ਕਿ ਆਪਾਂ ਨੂੰ ਇੱਕ ਕੁਆਲਿਟੀ ਹੈ ਕਿ ਆਪਣੇ ਬੱਚਿਆਂ ਦੇ ਆਪਾਂ ਹਰ ਸਿਲੇਬਸ, ਕਰਿਕੂਲਮਸ ਆਪਣਾ ਜਿੰਨਾ ਮਟੀਰੀਅਲ ਆਪਾਂ ਉਹਨਾਂ ਨੂੰ ਪ੍ਰੋਵਾਈਡ ਕਰਵਾਉਂਦੇ ਹਾਂ ਔਰ ਇੱਕ ਇੰਟੀਗ੍ਰੇਟਡ ਮੈਨਰ ਦੇ ਵਿੱਚ ਹੀ ਲੈ ਕੇ ਆਉਂਦੇ ਹਾਂ। ਇਹੀ ਉਹਨਾਂ ਨੇ ਵੀ ਫੋਕਸ ਕੀਤਾ ਕਿ ਟੀਚਰ ਸਾਹਿਬਾਨਸ ਉਹਨਾਂ ਨੇ ਐਗਜ਼ਾਮਪਲਸ ਵੀ ਦਿੱਤੀਆਂ, ਹਰ ਸਟੇਟ ਨੂੰ ਲੈ ਕੇ ਉਹਨਾਂ ਨੇ ਕਾਫੀ ਐਕਸਪਲੇਨੇਸ਼ਨ ਦਿੱਤੀਆਂ ਔਰ ਉਹਨਾਂ ਨੇ ਡਿਵੈਲਪਮੈਂਟ ਟੂ ਪੈਰਾਮੀਟਰਸ ਰਿਊਬਰਿਕਸ ਅਸੈਸਮੈਂਟ, ਇਹਦੇ ਵਿੱਚ ਵੀ ਉਹਨਾਂ ਨੇ ਬਹੁਤ ਕਿਹਾ ਕਿ ਜਿੰਨੀ ਪੈਰਾਮੀਟਰਸ ਤੁਸੀਂ ਤਿਆਰ ਕੀਤੇ ਨੇ, ਰਿਊਬਰਿਕ ਤੁਸੀਂ ਜਿਹੜੇ ਡਿਪਾਰਟਮੈਂਟ ਡਿਵੈਲਪਮੈਂਟ ਦਿਖਾ ਰਹੇ ਹੋ ਉਹ ਤੁਹਾਡੇ ਸਾਹਮਣੇ ਬੱਚਿਆਂ ਦਾ ਰਿਜ਼ਲਟ ਹੈ, ਬੱਚਿਆਂ ਦੀ ਕੈਪੇਬਿਲਿਟੀਜ਼ ਨੇਗੀਆਂ। ਤਾਂ ਉਹਦੇ ਵਿੱਚ ਉਹਨਾਂ ਨੇ ਦਿਖਾਇਆ ਕਿ ਅਸੈਸਮੈਂਟ ਟੂ ਬੇਸਡ ਔਨ ਦਾ ਅਚੀਵਮੈਂਟਸ ਆਫ ਦਾ ਕੰਪੀਟੈਂਸੀ ਐਂਡ ਲਰਨਿੰਗ ਆਊਟਕਮਸ, ਜਿਹੜੇ ਆਪਾਂ ਸਟਾਰਟਿੰਗ ਦੇ ਵਿੱਚ ਵੀ ਪੜ੍ਹਿਆ ਹੈਗਾ, ਠੀਕ ਹੈ। ਜਿੰਨਾ ਅਚੀਵਮੈਂਟਸ ਕੰਪੀਟੈਂਸੀ ਦੇ ਨਾਲ ਲਰਨਿੰਗ ਤਿਆਰ ਕੀਤਾ ਉਹਦੇ ਆਊਟਕਮਸ ਅੱਛੇ ਆਉਣਗੇ। CBE ਪਹਿਲਾਂ ਵੀ ਆਪਾਂ ਨੇ ਦੇਖਿਆ, ਵੇ ਫਾਰਵਰਡ ਫॉर CBE, ਇਸ 'ਤੇ ਉਹਨਾਂ ਨੇ ਬਹੁਤ ਫੋਕਸ ਕੀਤਾ। ਇਹ ਉਸ ਦਿਨ ਦਾ ਲਾਸਟ ਟੌਪਿਕ ਸੀਗਾ। ਇਸ 'ਤੇ ਤਾਂ ਉਹਨਾਂ ਨੇ ਮਤਲਬ ਵੀ ਫੁੱਲ ਟਾਈਮ 3-4 ਉਹਨਾਂ ਨੇ ਪੈਨਲਸ ਬਿਠਾਏ ਹੋਏ ਸੀ ਔਰ ਉਹਦੇ ਵਿੱਚ ਪੂਰਾ ਦਾ ਪੂਰਾ ਐਕਸਪਲੇਨ ਕੀਤਾ ਵੈਲ ਪਲੈਨਡ ਟੀਚਰਸ ਟ੍ਰੇਨਿੰਗ ਟੂ ਅਡੋਪਟ ਪੈਡੋਲੋਜੀ ਫॉर CBE। ਕਿਵੇਂ? CBE competency based education, CBE, the competency based education approach allow students to advance based on their ability to master a skill of competency। ਅਧਿਆਪਕ ਸਾਹਿਬਾਨ ਜਿਵੇਂ ਆਪਾਂ ਨੂੰ ਵੀ ਲੱਗਦਾ ਕਿ ਆਪਣੇ ਵੋਕੇਸ਼ਨਲ ਵਾਲੇ ਬੱਚੇ ਇੰਨੇ ਕੁ ਕੈਪੇਬਲ ਹੋ ਜਾਣ ਕਿ ਉਹ ਆਪਣਾ ਕੁਛ ਅਰਨ ਕਰ ਸਕਣ, ਕੁਛ ਆਪਣੀ ਕੈਪੇਬਿਲਿਟੀਜ਼ ਨੂੰ, ਐਬਿਲਿਟੀ ਨੂੰ ਬਣਾ ਕੇ ਇੱਕ ਸਕਿੱਲਸ ਦੇ ਲਈ ਤਿਆਰ ਹੋ ਜਾਣ। ਇਸ ਟੌਪ ਲਾਈਨ ਨੂੰ ਫਿਰ ਦੁਬਾਰਾ ਆਪਾਂ ਸਾਰੇ ਮਿਲ ਕੇ ਰਿਪੀਟ ਕਰਦੇ ਹਾਂ, ਟੂ ਐਡਵਾਂਸ ਬੇਸਡ ਔਨ ਦੇਅਰ ਐਬਿਲਿਟੀ ਟੂ ਮਾਸਟਰ ਸਕਿੱਲ ਔਰ ਕੰਪੀਟੈਂਸੀ ਐਟ ਦੇਅਰ ਓਨ ਪੀਸ ਰਿਗਾਰਡਲੈਸ ਆਫ ਇਨਵਾਇਰਮੈਂਟ। ਇੱਕ ਬੱਚੇ ਦੇ ਅੰਦਰ ਜਦੋਂ ਆਪਾਂ ਉਹਦੀ ਐਬਿਲਿਟੀ ਅਤੇ ਉਹਦੀ ਮਾਸਟਰ ਸਕਿੱਲਸ ਨੂੰ ਰੈਡੀ ਕਰ ਦਿੰਦੇ ਹਾਂ, ਕੰਪਲੀਟ ਕਰ ਦਿੰਦੇ ਹਾਂ, ਉਹਦੀ ਕੰਪੀਟੈਂਸੀ ਨੂੰ ਵਧਾ ਦਿੰਦੇ ਹਾਂ, ਤਾਂ ਉਹਦਾ ਜਿਹੜਾ ਪੀਸ ਹੈ ਉਹ ਓਨ ਪੀਸ ਰਿਗਾਰਡਲੈਸ ਆਫ ਇਨਵਾਇਰਮੈਂਟ, ਉਹਦਾ ਆਪਣੇ ਆਪ ਇੱਕ ਅੰਦਰ ਜਾਗਰਤੀ
ਇੱਕ ਜੋਤ ਪੈਦਾ ਹੋ ਜਾਂਦੀ ਹੈ, ਉਹ ਆਪਣਾ ਕੰਮ ਕਰਨ ਦੇ ਲਈ ਫੁੱਲ ਐਲੀਜੀਬਲ ਹੋ ਜਾਂਦਾ ਹੈ। This method is tailored to meet different learning abilities and can lead to more efficient students outcomes। ਕਿ ਉਸ ਇਸ ਮੈਥਡ ਨੂੰ ਇਸ ਤਰ੍ਹਾਂ ਬੱਚੇ ਦੇ ਅੰਦਰ ਇੱਕ ਡਿਵੈਲਪ ਕਰ ਦਿੱਤਾ ਜਾਵੇ, ਉਹਦੀਆਂ ਐਬਿਲਿਟੀਜ਼ ਵੱਧ ਜਾਣ ਅਤੇ ਉਹ ਕੰਮ ਕਰਨ ਦੇ ਵਿੱਚ ਪੂਰਾ ਦਾ ਪੂਰਾ ਐਫੀਸ਼ੀਐਂਟ ਹੋ ਜੇ ਔਰ ਆਪਣੇ ਜਿੰਨੇ ਆਊਟਕਮਸ ਆਉਣਗੇ ਉਹਦੇ ਉਹ ਬਹੁਤ ਅੱਛੇ ਰਿਜ਼ਲਟਸ ਦੇਊਗਾ। ਕਿਵੇਂ? ਆਰਗੇਨਾਈਜੇਸ਼ਨ ਐਂਡ ਪ੍ਰੋਗਰਾਮਸ। ਉਹ ਪ੍ਰੋਗਰਾਮ ਜਿਹੜਾ ਅਸੀਂ ਤਿਆਰ ਕਰਕੇ ਉਸ ਬੱਚੇ ਨੂੰ ਦੇਵਾਂਗੇ, ਉਸ ਬੱਚੇ ਦੇ ਅੰਦਰ ਇੱਕ ਇੱਛਾ ਸ਼ਕਤੀ ਜਾਗਰਿਤ ਹੋਊਗੀ ਉਹਨੂੰ ਦਿਖਾਉਣ ਵਾਸਤੇ। CBEN ਕੰਪੀਟੈਂਸੀ ਬੇਸਡ ਐਜੂਕੇਸ਼ਨ ਨੈਟਵਰਕ, ਠੀਕ ਹੈ ਜੀ। ਕਿ ਜੰਪ ਸਟਾਰਟ ਪ੍ਰੋਗਰਾਮ, ਇਹ ਜੰਪ ਸਟਾਰਟ ਪ੍ਰੋਗਰਾਮ ਦੇ ਵਿੱਚ ਸਾਨੂੰ ਬੜੀ ਐਕਸਾਈਟਮੈਂਟ ਕਿ ਇਸ 'ਚ ਕੀ ਕਰਨਗੇ ਸਟੂਡੈਂਟਸ ਨੂੰ। ਸਾਰੇ ਟੀਚਰ ਸਾਹਿਬਾਨ ਨੂੰ ਦੱਸਿਆ ਗਿਆ ਜੰਪ ਸਟਾਰਟ ਮਤਲਬ ਇੱਕ ਬੱਚੇ ਦੇ ਅੰਦਰ ਜਦੋਂ ਉਹ ਪਹਿਲੇ ਦਿਨ ਲੈਸਨ ਪੜ੍ਹਦਾ, ਠੀਕ ਹੈ ਜੀ, ਆਪਣਾ ਪੜ੍ਹਾਇਆ ਹੋਇਆ ਲੈਸਨ ਉਸ ਨੂੰ ਇੰਨਾ ਕੁ ਅੱਛੀ ਤਰੀਕੇ ਨਾਲ ਔਰ ਇੰਨੇ ਪਿਕਚਰਾਈਜ਼ਡ ਇੰਨੇ ਫਲੋ ਚਾਰਟਸ ਜਾਂ ਉਹਦੀ ਕੋਈ ਨਾ ਕੋਈ ਸਪੈਸ਼ਲ ਫਲੋ ਡਾਇਗਰਾਮਸ ਡਰਾ ਕਰੋ, ਬਣਵਾ ਕੇ ਉਹਦੇ ਦਿਮਾਗ 'ਚ ਬੈਠ ਜਾਏ ਤਾਂ ਕਿ ਉਹ ਆਪਣੇ ਆਪ ਕੱਲ੍ਹ ਨੂੰ ਜਦੋਂ ਵਾਪਸ ਸਾਡੀ ਕਲਾਸ ਦੇ ਵਿੱਚ ਆਊਗਾ ਤਾਂ ਉਹ ਇੱਕ ਉਹਦੇ ਬਾਰੇ ਸਾਡੇ ਤੋਂ ਹੋਰ ਜ਼ਿਆਦਾ ਕਲੀਅਰ ਕਰੂ। ਜੰਪ ਸਟਾਰਟ ਅੰਦਰ ਉਹਦੇ ਹੋ ਜਾਣਾ ਚਾਹੀਦਾ। ਜੰਬਲਿੰਗ ਜਿਵੇਂ ਆਪਾਂ ਕਹਿੰਦੇ ਹੈਗੇ ਜੰਪ ਸਟਾਰਟ ਪ੍ਰੋਗਰਾਮਸ। ਕੰਪੀਟੈਂਸੀ ਵਰਕ ਜਦੋਂ ਬੱਚਾ ਆਪਣਾ ਕੰਮ ਖੁਦ ਕਰਕੇ ਲੈ ਕੇ ਆਏਗਾ। ਫਿਰ ਇੰਟਰ ਸਟੇਟ ਪਾਸਪੋਰਟ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਛੋਟਾ, ਜਦੋਂ ਉਹਦੇ ਅੰਦਰ ਇੱਕ ਪਾਸਪੋਰਟ ਦੀ ਤਰ੍ਹਾਂ ਉਹ ਵਰਕ ਕਵਰ ਕਰ ਜੂਗਾ, ਉਸ ਨੂੰ ਉਹ ਨਿਖਾਰ ਕੇ ਲੈ ਕੇ ਆਊਗਾ, ਠੀਕ ਹੈ ਜੀ। ਔਰ ਉਹਦੀਆਂ ਕੱਲ੍ਹ ਨੂੰ ਜਿੰਨੇ ਆਪਣੇ ਕੋਲੇ ਡਾਊਟਸ ਆਉਣਗੇ ਜਾਂ ਉਹ ਆਪਣੇ ਕੋਲੇ ਇੱਕ ਕੋਈ ਹੋਮਵਰਕ ਕਰਕੇ ਲਿਆਊਗਾ, ਉਹ ਅਸੀਂ ਪਾਸਪੋਰਟ ਦੀ ਤਰ੍ਹਾਂ ਅਸੀਂ ਉਸ ਨੂੰ ਯੂਜ਼ ਕਰਕੇ ਉਸ ਬੱਚੇ ਦੇ ਅੰਦਰ CBE ਕੰਪੀਟੈਂਸੀ ਬੇਸਡ ਐਜੂਕੇਸ਼ਨ ਨੂੰ ਅਲਾਓ ਕਰ ਦਾਂਗੇ, ਉਹਦੀ ਐਬਿਲਿਟੀ ਨੂੰ ਵਧਾ ਦਾਂਗੇ, ਉਹਦੇ ਸਕਿੱਲਸ ਨੂੰ ਵਧਾ ਦਾਂਗੇ ਤਾਂ ਕਿ ਉਹ ਬੱਚੇ ਦੇ ਅੰਦਰ ਇੱਕ ਐਫੀਸ਼ੀਐਂਟ ਆਊਟਕਮਸ ਸਾਨੂੰ ਮਿਲ ਕੇ ਆਉਣਗੀਆਂ। ਇਹ CBE 'ਤੇ ਮੈंने ਥੋੜ੍ਹਾ ਜਿਹਾ ਕੋਸ਼ਿਸ਼ ਕੀਤੀ ਹੈ। ਜਿਹੜਾ ਫਸਟ ਡੇ ਫਿਰ ਲਾਸਟ ਦੇ ਐਂਡ ਵਿੱਚ ਇਹ ਡਾਕਟਰ ਸੁਦਾਨਾ ਜੀ ਆਏ, ਇਹਨਾਂ ਨੇ ਪੂਰੀ ਸਲਾਈਡਸ ਨੂੰ ਸਮਰੀ ਕੀਤੀ, ਬਹੁਤ ਅੱਛੇ ਤਰੀਕੇ ਨਾਲ ਐਕਸਪਲੇਨ ਕੀਤਾ ਔਰ ਇਹ ਸਹੀ 10 ਵਜੇ ਪ੍ਰੋਗਰਾਮ ਸਟਾਰਟ ਹੋ ਜਾਂਦਾ ਸੀਗਾ, 12:30 'ਤੇ ਖ਼ਤਮ ਹੋ ਜਾਂਦਾ ਸੀ। ਤਾਂ ਉੱਦਾਂ ਪਹਿਲੇ ਦਿਨ ਮਤਲਬ ਇਸ ਤਰ੍ਹਾਂ ਦਾ ਸੀ। ਅੱਗੇ ਜਾ ਕੇ ਤਾਂ ਫਿਰ ਬਹੁਤ ਚੇਂਜਿਸ ਆਈਆਂ, ਫਿਰ ਤਾਂ 2:30 3:30 ਤੱਕ ਵੀ ਪ੍ਰੋਗਰਾਮ ਚੱਲਦੇ ਰਹੇ, ਜਿਹੜੀ ਕਿ ਮੈਂ ਨੈਕਸਟ ਵੀਡੀਓ ਦੇ ਵਿੱਚ ਤੁਹਾਡੇ ਵਾਸਤੇ ਲੈ ਕੇ ਆਵਾਂਗੀ। ਤਾਂ ਥੈਂਕਸ ਕਰਦੀ ਹਾਂ ਮੈਂ ਸਾਡੇ ਮੁਖਤਿਆਰ ਸਰ ਦਾ, ਜਿਨ੍ਹਾਂ ਨੇ ਮੈਨੂੰ ਇਹ ਕੰਮ ਸੌਂਪਿਆ ਔਰ ਬਹੁਤ ਅੱਛੀ ਨੌਲੇਜ ਦਿਲਾਈ ਔਰ ਕੋਸ਼ਿਸ਼ ਮੈਂ ਕੀਤੀ ਕਿ ਮੈਂ ਤੁਹਾਡੇ ਕੋਲੇ ਲੈ ਕੇ ਆਵਾਂ। ਤਾਂ ਅਗਲੀ ਵੀਡੀਓ ਦੇ ਵਿੱਚ ਅਗਲੇ ਦਿਨਾਂ ਦਾ ਵੇਰਵਾ ਲੈ ਕੇ ਆਉਂਗੀ। ਇਸ ਲਈ ਬਾਕੀ ਸਾਰਿਆਂ ਦਾ ਸੁਣਨ ਲਈ ਧੰਨਵਾਦ। ਇਸ ਨੂੰ ਮੇਰੇ ਚੈਨਲ 'ਤੇ ਦੇਖਿਆ ਤੁਸੀਂ ਸਾਰਿਆਂ ਨੇ, ਉਸ ਦੇ ਲਈ ਵੀ ਧੰਨਵਾਦ ਅਤੇ ਸਪੈਸ਼ਲ ਥੈਂਕਸ ਟੂ ਮੁਖਤਿਆਰ ਸਰ ਅਤੇ ਬੋਰਡ ਜਿਨ੍ਹਾਂ ਨੇ ਮੈਨੂੰ ਇਹ ਡਿਊਟੀ ਸੌਂਪੀ ਤਾਂ ਕਿ ਮੈਂ ਇਹ ਕੰਮ ਕਰ ਸਕਾਂ। ਔਰ ਨੈਕਸਟ ਵੀਡੀਓ ਦੇ ਵਿੱਚ ਆਪਾਂ ਅਗਲੇ ਦਿਨਾਂ ਨੂੰ ਲੈ ਕੇ ਆਵਾਂਗੇ। ਥੈਂਕ ਯੂ ਸੋ ਮਚ। ਥੈਂਕ ਯੂ ਜੀ।